ਹੈਲੋ ਸਟੂਡੈਂਟਸ, ਅੱਜ ਆਪਾਂ ਕਰਨ ਲੱਗੇ ਹਾਂ ਟਾਈਪਸ ਆਫ ਸਿਸਟਮ ਜਾਂ ਫਿਰ ਕਲਾਸੀਫਿਕੇਸ਼ਨਸ ਆਫ ਸਿਸਟਮ। ਫਿਜ਼ੀਕਲ ਔਰ ਅਬਸਟਰੈਕਟ ਸਿਸਟਮ ਕਹਿੰਦੇ ਉਹ ਸਿਸਟਮ ਜਿਸ ਦੀ ਕੀ ਹੋਊਗੀ ਫਿਜ਼ੀਕਲ ਐਗਜ਼ਿਸਟੈਂਸ ਹੈ, ਜਿਹਨੂੰ ਟੱਚ ਕਰ ਸਕਦੇ ਹਾਂ, ਜੋ ਰੀਅਲ ਸਿਸਟਮ ਆ, ਜਿਵੇਂ ਕੰਪਿਊਟਰ ਸਿਸਟਮ ਹੋ ਗਿਆ, ਲਾਇਬ੍ਰੇਰੀ, ਹੋਟਲ, ਹੌਸਪੀਟਲ, ਇਹ ਕੀ ਨੇਗੇ ਸਾਰੇ ਐਕਚੁਅਲ ਰੀਅਲ ਸਿਸਟਮ ਨੇ। ਠੀਕ ਹੈ ਜੀ। ਦੂਸਰੀ ਸਾਈਡ 'ਤੇ ਕਿਹੜੇ ਨੇਗੇ ਅਬਸਟਰੈਕਟ ਸਿਸਟਮ, ਜੋ ਰੀਅਲ ਸਿਸਟਮ ਨੂੰ ਰੀਪ੍ਰਜੈਂਟ ਕਰਦੇ ਨੇ। ਜਿਵੇਂ ਕਿਸੇ ਸਿਸਟਮ ਨੂੰ ਬੈਟਰ ਸਮਝਣ ਦੇ ਲਈ ਉਸ ਦਾ ਮਾਡਲ ਬਣਾਉਣਾ ਜਾਂ ਉਸ ਮਾਡਲ 'ਤੇ ਕੰਮ ਕਰਕੇ ਦੇਖਦੇ ਹਾਂ, ਐਕਚੁਅਲ ਸਿਸਟਮ ਨੂੰ ਸਮਝਦੇ ਹਾਂ। ਜਿਵੇਂ ਟ੍ਰੈਫਿਕ ਸਿਸਟਮ ਆ, ਜੇ ਉਸ ਨੂੰ ਦੇਖਣਾ ਸਮਝਣਾ, ਠੀਕ ਆ, ਉਸ ਨੂੰ ਐਕਚੁਅਲ ਸਿਸਟਮ, ਉਹ ਕੀ ਹੈਗਾ, ਇੱਕ ਐਕਚੁਅਲ ਸਿਸਟਮ ਤਾਂ ਨਹੀਂ ਹੈਗਾ। ਠੀਕ ਆ, ਤਾਂ ਸਿਮੂਲੇਟ ਅਸੀਂ ਟ੍ਰੈਫਿਕ ਸਿਸਟਮ ਦੀ ਮਾਡਲਿੰਗ ਕਰ ਲਾਂਗੇ। ਉਹ ਕੀ ਕਰ ਰਿਹਾ ਗਾ, ਇੱਕ ਰੀਅਲ ਸਿਸਟਮ ਨੂੰ ਰੀਪ੍ਰਜੈਂਟ ਕਰ ਰਿਹਾ। ਇਸ ਤਰ੍ਹਾਂ ਦੇ ਸਿਸਟਮ ਨੂੰ ਕੀ ਕਿਹਾ ਜਾਂਦਾ, ਅਬਸਟਰੈਕਟ ਸਿਸਟਮ। ਅੱਗੇ ਆ ਗਿਆ ਓਪਨ ਔਰ ਕਲੋਜ਼ ਸਿਸਟਮ। ਕਹਿੰਦੇ ਓਪਨ ਸਿਸਟਮ ਦਾ ਮਤਲਬ ਜਿਵੇਂ ਆਪਾਂ ਨੂੰ ਨਾਮ ਤੋਂ ਹੀ ਕਲੀਅਰ ਹੁੰਦਾ, ਓਪਨ ਸਿਸਟਮ ਉਹ ਸਿਸਟਮ ਜੋ ਆਪਣੇ ਇਨਵਾਇਰਮੈਂਟ ਦੇ ਨਾਲ ਇੰਟਰੈਕਟ ਕਰਦੇ ਨੇ, ਇਨਵਾਇਰਮੈਂਟ ਤੋਂ ਇਨਪੁਟਸ ਲੈਂਦੇ ਨੇ, ਪ੍ਰੋਸੈਸਿੰਗ ਕਰਕੇ ਆਊਟਪੁੱਟਸ ਉਹਨਾਂ ਨੂੰ ਦੇ ਦਿੰਦੇ ਨੇ, ਜੋ ਓਪਨ ਨੇ। ਜਿਵੇਂ ਬਿਜ਼ਨਸ ਹੋ ਗਿਆ, ਲਾਇਬ੍ਰੇਰੀ ਹੋ ਗਈ, ਬੈਂਕ, ਕਾਲਜ, ਇਹ ਕੀ ਨੇਗੇ ਸਾਰੇ ਇੱਕ ਓਪਨ ਸਿਸਟਮ ਨੇ। ਇਨਵਾਇਰਮੈਂਟ ਦੇ ਵਿੱਚ ਕਹਿੰਦੇ ਕੋਈ ਵੀ ਚੇਂਜ ਹੋਵੇਗਾ, ਫੋਰ ਐਗਜ਼ਾਮਪਲ ਇਹਦਾ ਰਿਐਕਟ ਕਿਹਦੇ 'ਤੇ ਹੋਏਗਾ, ਇੱਕ ਸਿਸਟਮ 'ਤੇ। ਜਿਵੇਂ ਕਾਲਜ ਕੀ ਹੈ, ਇੱਕ ਸਿਸਟਮ ਆ। ਯੂਨੀਵਰਸਿਟੀ ਨੇ ਫੀਸ ਦਾ ਸਟਰਕਚਰ ਮੰਨ ਲਓ ਚੇਂਜ ਕਰ ਦਿੱਤਾ, ਠੀਕ ਆ, ਤਾਂ ਇਸ ਦਾ ਅਸਰ ਕਿੱਥੇ ਹੋਏਗਾ, ਕਾਲਜ ਦੇ ਫੀਸ ਲੈਣ ਵਾਲੇ ਡਿਪਾਰਟਮੈਂਟ ਦੇ ਵਿੱਚ ਵੀ ਕੀ ਹੋਊਗਾ, ਇਹਦਾ ਅਸਰ ਹੋਏਗਾ। ਉੱਥੇ ਵੀ ਇਹ ਸਾਰਾ ਚੇਂਜ ਰਿਫਲੈਕਟ ਹੋਏਗਾ। ਠੀਕ ਆ, ਇਸ ਤਰ੍ਹਾਂ ਇਹ ਕੀ ਹੈਗਾ, ਇੱਕ ਓਪਨ ਸਿਸਟਮ। ਕਲੋਜ਼ ਸਿਸਟਮ ਉਹ ਸਿਸਟਮ ਹੁੰਦਾ ਗਾ, ਕਲੋਜ਼ ਮਤਲਬ ਉਹ ਸਿਸਟਮ ਜੋ ਇਨਵਾਇਰਮੈਂਟ ਦੇ ਨਾਲ ਇੰਟਰੈਕਟ ਨਹੀਂ ਕਰਦਾ, ਨਾ ਕੋਈ ਇਨਪੁਟਸ ਲੈਂਦਾ, ਨਾ ਹੀ ਇਨਵਾਇਰਮੈਂਟ ਮਤਲਬ ਕੀ ਹੈਗਾ ਇਹ, ਨਾ ਹੀ ਇਨਵਾਇਰਮੈਂਟ ਮਤਲਬ ਇਨਵਾਇਰਮੈਂਟ ਦੇ ਵਿੱਚ ਨਾਲ ਇੰਟਰੈਕਟ ਨਹੀਂ ਕਰਦਾ, ਨਾ ਕੋਈ ਇਨਪੁਟਸ ਲੈਂਦੇ ਨੇ, ਇਨਵਾਇਰਮੈਂਟ ਤੋਂ ਆਈਸੋਲੇਟਡ ਨੇ, ਨਾ ਕੋਈ ਆਊਟਪੁੱਟ ਦਿੰਦੇ ਨੇ। ਠੀਕ ਆ, ਇਹ ਕੀ ਨੇ ਕਿ ਬਿਲਕੁਲ ਕਲੋਜ਼ ਨੇ, ਬੰਦ ਨੇ। ਇਸ ਤਰ੍ਹਾਂ ਦੇ ਸਿਸਟਮ ਨੂੰ ਕੀ ਕਿਹਾ ਜਾਂਦਾ ਗਾ, ਕਲੋਜ਼ ਸਿਸਟਮ। ਇੱਕ ਐਗਜ਼ਾਮਪਲ ਲੈਂਦੇ ਹਾਂ ਆਪਾਂ। ਜਿਵੇਂ ਮੰਨ ਲਓ ਕਹਿੰਦੇ ਅਸੀਂ ਕੋਈ ਕੰਪਿਊਟਰ ਪ੍ਰੋਗਰਾਮ ਬਣਾਇਆ, ਠੀਕ ਆ, ਤਾਂ ਪ੍ਰੋਗਰਾਮ ਦੇ ਵਿੱਚ ਅਸੀਂ ਕੀ ਕੀਤਾ, ਦੋ ਵੇਰੀਏਬਲਸ ਲੈ ਲਏ, ਵੈਲਿਊਸ ਅਸਾਈਨ ਕਰਵਾ ਲਈਆਂ A ਐਂਡ B ਨੂੰ, ਠੀਕ ਆ, C = A+B। ਪ੍ਰੋਗਰਾਮ ਨੂੰ ਰਨ ਕਰਾਇਆ, ਤਾਂ ਅਸੀਂ ਯੂਜ਼ਰ ਤੋਂ ਕੋਈ ਇਨਪੁਟ ਨਾ ਹੀ ਲੈ ਰਹੇ ਹਾਂ, ਨਾ ਕੋਈ ਯੂਜ਼ਰ ਨੂੰ ਆਊਟਪੁੱਟ ਦੇ ਰਹੇ ਹਾਂ। ਠੀਕ ਆ, ਬਸ ਪ੍ਰੋਗਰਾਮ ਦੇ ਵਿੱਚ ਵੀ ਕੀ ਹੋ ਰਿਹਾ ਹੈਗਾ, ਜਿੰਨੀ ਵਾਰ ਵੀ ਅਸੀਂ ਉਹਨੂੰ ਰਨ ਕਰਾਂਗੇ, ਜੋ ਡਾਟਾ ਵੈਲਿਊ ਅਸੀਂ ਪ੍ਰੋਵਾਈਡ ਕਰਵਾਈਆਂ ਨੇ ਉਹ ਐਡ ਕਰੀ ਜਾ ਰਿਹਾ। ਉਸ ਦੇ ਵਿੱਚ ਹੀ ਮਤਲਬ ਇੱਕ ਇੱਦਾਂ ਦਾ ਪ੍ਰੋਗਰਾਮ ਜੋ ਨਾ ਯੂਜ਼ਰ ਤੋਂ ਇਨਪੁਟਸ ਲੈ ਰਿਹਾ, ਨਾ ਆਊਟਪੁੱਟਸ ਦੇ ਰਿਹਾ, ਉਹ ਕੀ ਹੈਗਾ, ਕਲੋਜ਼ ਸਿਸਟਮ। ਨੈਕਸਟ ਹੈਗਾ ਡਿਟਰਮਿਨਿਸਟਿਕ ਔਰ ਪ੍ਰੋਬੇਬਿਲਿਸਟਿਕ ਸਿਸਟਮ। ਇੱਕ ਇੱਦਾਂ ਦਾ ਸਿਸਟਮ ਕਹਿੰਦਾ ਜਿਹਦੇ ਵਿੱਚ ਕੀ ਹੋ ਰਿਹਾ ਹੈਗਾ, ਇੱਕ ਪਰਟੀਕੂਲਰ ਟਾਈਮ 'ਤੇ ਅਸੀਂ ਉਹ ਡਿਟਰਮਿਨ ਕਰ ਸਕਦੇ ਹਾਂ, ਪ੍ਰੀ ਡਿਫਾਈਨਡ ਮੈਨਰ 'ਚ ਇਹ ਓਪਰੇਟ ਕਰਦੇ ਨੇ। ਉਸ ਦੇ ਬਿਹੇਵੀਅਰ ਬਾਰੇ ਕੋਈ ਡਾਊਟ ਨਹੀਂ। ਇਹ ਇਨਪੁਟਸ ਹੋਵੇਗੀ ਤਾਂ ਐਗਜ਼ੈਕਟਲੀ ਇਸ ਟਾਈਮ ਦੇ ਉੱਤੇ ਇਹੀ ਆਊਟਪੁੱਟ ਆਏਗੀ। ਜੇ ਅਸੀਂ ਕਰ ਸਕਦੇ ਹਾਂ ਕਿ ਡਿਟਰਮਿਨ, ਤਾਂ ਕੀ ਕਹੂਗਾ ਡਿਟਰਮਿਨਿਸਟਿਕ ਸਿਸਟਮ। ਜਿਵੇਂ ਕੋਈ ਕੋਡ ਆ, ਫੋਰ ਐਗਜ਼ਾਮਪਲ ਕੰਪਿਊਟਰ ਪ੍ਰੋਗਰਾਮ ਆ, ਜੇ ਅਸੀਂ ਉਸ ਨੂੰ ਇਨਪੁਟਸ ਪ੍ਰੋਵਾਈਡ ਕਰਵਾਈ, ਵੇਰੀਏਬਲਸ ਦੀ ਵੈਲਿਊਜ਼ ਪ੍ਰੋਵਾਈਡ ਕਰਵਾਈ, ਇਹਨਾਂ ਦੇ ਲਈ ਕੀ ਹੋਊਗਾ, ਆਊਟਪੁੱਟ ਆਏਗੀ। ਉਹ ਪ੍ਰੀ ਡਿਫਾਈਨ ਨੇ, ਓਪਰੇਟ ਕਰਦਾ, ਜੋ ਉਸ ਦਾ ਕੋਡ ਆ ਉਸ ਦੇ ਅਕੋਰਡਿੰਗ ਕੰਮ ਕਰੇਗਾ ਤਾਂ ਆਊਟਪੁੱਟ ਆਏਗੀ। ਇਹ ਕੀ ਹੋ ਗਿਆ, ਇੱਕ ਡਿਟਰਮਿਨਿਸਟਿਕ ਸਿਸਟਮ। ਅੱਗੇ ਆ ਗਿਆ ਪ੍ਰੋਬੇਬਿਲਿਸਟਿਕ ਸਿਸਟਮ। ਕਹਿੰਦੇ ਜਿਹਦੇ ਵਿੱਚ ਬਿਹੇਵੀਅਰ ਕਿੱਦਾਂ ਦਾ ਰਹੇਗਾ,
मतलब असें इनपुट्स टाइम ते पता भी है, बट पर्टिकुलर टाइम ते उस दी स्टेज की रहेगी असीं अंदाज़ा तो लगा सकते हैं, बट एग्जैक्टली नहीं दस सकते, गैस कर सकते हैं बट एग्जैक्टली नहीं दस सकते। फॉर एग्जाम्पल वैदर फॉरकास्टिंग सिस्टम ਦੇ ਵਿੱਚ ਅਸੀਂ ਗੱਲ ਕਰੀਏ, मौसम कल किवें ਦਾ ਰਹੇਗਾ, चाहे वह 99.99% एक्यूरेट होवे, बट स्टिल 1 पॉइंट दी आ एरर भी हो सकता, नहीं भी हो सकता। ये की हो गया एक प्रोबेबिलिस्टिक सिस्टम, जिस दे विच बिहेवियर सिर्फ असी प्रिडिक्ट कर सकीए, एग्जैक्टली नहीं कह सकते। ठीक है जी, एक ही हो गया एक डिटर्मिनिस्टिक और प्रोबेबिलिस्टिक सिस्टम। नैक्सट हैगा फॉर्मल इन्फॉर्मेशन सिस्टम, इनफॉर्मल इन्फॉर्मेशन सिस्टम। कहना एक इदां दा सिस्टम जो प्रोड्यूस की करदा गा, प्रोवाइड की करदा इन्फॉर्मेशन नूं। इन्फॉर्मेशन की हुंदी आ, जो किसी भी इवेंट या सिचुएशन के बारे जो साडा डाउट आ उस नूं की करदी आ, रिड्यूस कर दिंदी आ। जिवें सानू अंबरेला लैके जाना चाहिए है या नहीं लैके जानी चाहिए। जे मेरे को वैदर फोरकास्टिंग वाले की रिपोर्ट है कि कल बारिश होने वाली हैगी आ, होने के चांस हैगे ने कुछ बारिश के या नहीं, मेरा डिसीजन किधर होएगा। ठीक है, मेरा डिसीजन किहड़ी साइड होएगा। जे तो बारिश होने वाली है तो मैं अंबरेला नाल लेके जावांगी, अदरवाइज नहीं लेके जावांगी, क्योंकि मेरे को की है एक इन्फॉर्मेशन आ। कोई भी इदां दा सिस्टम मतलब अरेंजमेंट ऑफ पीपल, कंप्यूटर, फॉर्मूला, मॉडल, कोई भी इदां दा सिस्टम जो वर्किंग करदे की प्रोड्यूस करदा इन्फॉर्मेशन लएगा कि रा वैल्यू का डाटा नूं किवें लवांगे। ठीक है, उस नूं प्रोसैस करेगा, फिर मॉडलिंग करेगा, फॉर्मूलाज लगाएगा, उसका आंसर की आएगा, इन्फॉर्मेशन प्रोड्यूस करेगा। इस तरह के सिस्टम नूं की कहा जाता गा, इन्फॉर्मेशन सिस्टम। अगे आ गया फॉर्मल इन्फॉर्मेशन सिस्टम दे विच की हुंदा, कहंदा जो ऑर्गेनाइजेशन की चार्ट के बेस दा, जिस दे विच इन्फॉर्मेशन की डिस्ट्रीब्यूशन किवें हुंदा, इंस्ट्रक्शनस, रिपोर्ट्स की फॉर्म दे विच टॉप लैवल तो लैके यूजर तक के लैवल तक ये की हुंदी है कि सारी रिपोर्ट। एक ऑर्गेनाइजेशन आ, मान लो कॉलेज की है एक सिस्टम हो गया। कॉलेज के टॉप ते कौन आ, प्रिंसीपल कॉलेज के। ठीक है, उस तो नीचे कौन है, अलग अलग डिपार्टमेंट के टीचिंग नॉन टीचिंग स्टाफ हो गया। उस तो अगे कौन आ, सबॉर्डीनेट हो गए, हो सकते हैं स्टूडेंट ने। ठीक है, कहते इस तरह प्रिंसीपल ने कोई मैसेज देना, मान लो प्रिंसीपल ने कोई मैसेज देना, वो सब तो पहला ये मैसेज किनू देंगे, डिपार्टमेंट के हैड्स नूं। ठीक है, उस तो बाद नॉन टीचिंग के हैड नूं हो गया, उन्होंने वो फिर अगे की करनगे, सर्कुलेट कर देंगे। ठीक है, उस मैसेज नूं फिर उन्होंने अंडर जोड़े वर्क कर रहे हैं, जो उन्होंने अंडर काम कर रहे हैं, उन्होंने अगे मैसेज पहुँचा देंगे। उस तो बाद स्टूडेंट्स तक ये मैसेज पहुँचूगा। ठीक है, जिस दे विच इंस्ट्रक्शनस का डिस्ट्रीब्यूशन हो रहा, लैटर हो गया, चार्ट हो गया, रिपोर्ट हो गई, कोई भी फॉर्म रिपोर्ट्स की फॉर्म दे विच उसनूं की कहा जाता गा, फॉर्मल इन्फॉर्मेशन सिस्टम। इनफॉर्मल इन्फॉर्मेशन सिस्टम दे विच की हुंदा, कहंदे एक इन्फॉर्मेशन का जो कहते एक्सचेंज आ वो सिर्फ कागज़ां तक दा नाल ही नहीं चलता, सिर्फ कागज़ां तक ही सीमित नहीं हैगा। अगर एक जगह ते इंप्लॉयज़ ने कि वो आपस दे विच कम्यूनीकेट नहीं कर सकते, मान लो एक नूं कोई प्रॉब्लम आ तो दूसरे दिन हैल्प लै सकदा, अपनी प्रॉब्लम नूं सॉल्व कर सकदा। ठीक है, फिर दूसरा की करेगा, इन्फॉर्मेशन देवेगा तो उस दे कोल जो भी उसनूं दसेगा, हैल्प करेगा उसकी। इदां ही जिमें कॉलेज
ਇੱਕ ਜਗ੍ਹਾ ਤੇ ਕਲਾਸ ਲੱਗੀ ਹੋਈ ਆ ਤਾਂ ਕੌਣ ਟੀਚਰ ਲਵੇਗਾ, ਕਿਹੜੇ ਰੂਮ ਦੇ ਵਿੱਚੋਂ ਕਲਾਸ ਲੈਣਗੇ। ਠੀਕ ਆ, ਇਹ ਕੀ ਹੋ ਗਿਆ ਸਾਰਾ ਟਾਈਮ ਟੇਬਲ ਦੇ ਅਕੋਰਡਿੰਗ ਹੋ ਗਿਆ, ਫਿਕਸ ਹੋ ਗਿਆ ਬਿਲਕੁਲ। ਉਹ ਤਾਂ ਕੀ ਹੋ ਗਈ, ਇੱਕ ਫਾਰਮਲ ਇਨਫੋਰਮੇਸ਼ਨ ਹੋ ਗਈ। ਬਟ ਜੇ ਕਹਿੰਦੇ ਕੋਈ ਟੀਚਰ ਨੇ, ਮਤਲਬ ਸਟੂਡੈਂਟ ਟੀਚਰ ਨੇ ਦੇ ਕੋਲ ਆਉਂਦਾ, ਕੋਈ ਵੀ ਸਟੂਡੈਂਟ ਆ ਉਹ ਟੀਚਰ ਦੇ ਕੋਲ ਆ ਜਾਵੇ ਤਾਂ ਵੀ ਮੈਨੂੰ ਜੇ ਟੌਪਿਕ ਦੇ ਵਿੱਚ ਇਹ ਪ੍ਰੋਬਲਮ ਆ ਤੁਸੀਂ ਸਮਝਾ ਦਿਓ। ਠੀਕ ਆ, ਡਿਟੇਲ ਦੇ ਵਿੱਚ, ਮਤਲਬ ਮੈਨੂੰ ਡਿਟੇਲ ਦੇ ਵਿੱਚ ਇਹ ਸਮਝਾ ਦਿਓ, ਤਾਂ ਲੈਕਚਰ ਫ੍ਰੀ ਆ। ਉਧਰੋਂ ਸਟੂਡੈਂਟਸ ਦਾ ਵੀ ਲੈਕਚਰ ਫ੍ਰੀ ਆ, ਮੰਨ ਲਓ ਟੀਚਰ ਦਾ ਵੀ ਲੈਕਚਰ ਫ੍ਰੀ ਆ। ਤਾਂ ਕੀ ਹੋਊਗਾ ਇਹਦੇ ਵਿੱਚ, ਕੀ ਹੋਊਗਾ ਜਿਹੜੀ ਇਨਫੋਰਮੇਸ਼ਨ ਉਸ ਟਾਈਮ ਦੇ ਉੱਤੇ ਜਿਹੜਾ ਵੀ ਬੱਚੇ ਨੂੰ ਟੀਚਰ ਨੇ ਸਮਝਾਇਆ ਉਹ ਸਾਰੀ ਕੀ ਹੋਗੀ, ਇੱਕ ਇਨਫੋਰਮਲ ਇਨਫੋਰਮੇਸ਼ਨ ਸਿਸਟਮ। ਮਤਲਬ ਉਸ ਦਾ ਕੋਈ ਵੀ ਰਿਕਾਰਡ ਨਹੀਂ। ਇਹ ਕਿਸ ਲਈ ਬਣਾਇਆ ਗਿਆ, ਹੈਲਪ ਕਰਨ ਦੇ ਲਈ ਬਣਾਇਆ ਗਿਆ, ਇੱਕ ਦੂਸਰੇ ਦੀ ਹੈਲਪ ਕਰਨ ਦੇ ਲਈ ਬਣਾਇਆ ਗਿਆ। ਇਸ ਨੂੰ ਕੀ ਕਿਹਾ ਗਿਆ, ਇਨਫੋਰਮਲ ਇਨਫੋਰਮੇਸ਼ਨ ਸਿਸਟਮ। ਨੈਕਸਟ ਹੈਗਾ ਕੰਪਿਊਟਰ ਬੇਸਡ ਸਿਸਟਮ। ਮਤਲਬ ਜਿਹੜੀ ਇਨਫੋਰਮੇਸ਼ਨ ਦੇ ਵਿੱਚ ਕੰਪਿਊਟਰ ਵੀ ਇੱਕ ਕੰਪੋਨੈਂਟ ਹੋਵੇ, ਕੰਪਿਊਟਰ ਵੀ ਇੱਕ ਪਾਰਟ ਹੋਵੇ। ਠੀਕ ਆ, ਉਹੋ ਜਿਹੀ ਇਨਫੋਰਮੇਸ਼ਨ ਨੂੰ ਕੀ ਕਿਹਾ ਜਾਂਦਾ, ਕੰਪਿਊਟਰ ਬੇਸਡ ਇਨਫੋਰਮੇਸ਼ਨ ਸਿਸਟਮ। ਫੋਰ ਐਗਜ਼ਾਮਪਲ ਜਿਵੇਂ ਲਾਇਬ੍ਰੇਰੀ ਸਿਸਟਮ ਹੋ ਗਿਆ, ਰੇਲਵੇ ਰਿਜ਼ਰਵੇਸ਼ਨ ਸਿਸਟਮ ਹੋ ਗਿਆ, ਬੈਂਕਿੰਗ ਸਿਸਟਮ ਹੋ ਗਿਆ। ਇਹ ਸਾਰਾ ਕੀ ਹੈਗਾ, ਕੰਪਿਊਟਰਾਈਜ਼ਡ ਬੇਸਡ ਸਿਸਟਮ ਹੋ ਗਿਆ। ਥੈਂਕ ਯੂ।